ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਧ ਨ ਜਾਣਾ ਤੇਰੀ। ਸਭ ਤੇ ਵਡਾ ਸਤਿਗੁਰ ਨਾਨਕ, ਜਿਨ ਕਲ ਰਾਖੀ। ਸੋ ਕਹੁ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਰਸੋਂ ਪੁਰਸੋਂ ਝਟਿਆ। ਦੁੱਧ ਡਿਠੇ ਸੱਚੇ ਬਾਦਸ਼ਾਹ, ਮਲ ਜਨਮ ਜਨਮ ਦੀ ਘਟੀ। ਸਜਣ ਸੱਚਾ ਬਾਦਸ਼ਾਹ, ਫਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਇਆ, ਸਭਨਾ ਦਾ ਏਸਾ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਏ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਏ ਵਸਾਇਆ। ਸੁਖ ਸਾਗਰ ਗੁਰ ਪਾਇਆ, ਤਾਂ ਸੈਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਹਾਠ ਪਹਿਰ ਗੁਣ ਗਾਈ। ਗੁਰਪੁਰੇ ਤੇ ਪਾਈ ਰਾਉ, ਪ੍ਰਭ ਕੀ ਅਕਥ ਕਹਾਣੀ। ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ। ਗੁਰਪੁਰੇ ਤੇ ਜਾਣ, ਨਾਨਕ ਦਾਸ ਵਖਾਣ। ਗੁਰਪੁਰੇ ਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਿਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਏ ਵਸਾਇਆ। ਗੁਰੂ ਸਵਾਰੀ ਸਾਧ ਸੰਗਤ ਅੱਜ ਦਾ ਪਵਿੱਤਰ ਪਾਵਨ ਹੁਕਮ 625 ਅੰਗ ਤੇ ਸੋਠ ਰਾਗ ਦੇ ਅੰਦਰ ਆਇਆ ਹੈ। ਰੱਬ ਜੀ ਵੱਡੀਆਂ ਭਾਗਾਂ ਵਾਲੇ ਹੋ, ਦੀਨ ਦੁਨੀਆ ਦੇ ਮਾਲਕ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਵਿੱਤਰ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਸਵਾਸ ਅਤੇ ਸਮਾਂ ਸਫਲ ਬਣਾ ਰਹੇ ਹੋ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸ਼੍ਰੋਮਣੀ ਭਗਤ ਭਗਤ ਕਬੀਰ ਜੀਆਂ ਦੇ ਸਲੋਕਾਂ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕੱਲ੍ਹ ਤੱਕ ਆਪ ਜੀ ਨੇ 156 ਸਲੋਕ ਸਰਵਣ ਕੀਤੇ। ਕਬੀਰ ਜੀ
ਦਾ ਸ਼ਲੋਕ ਆਪ ਜੀ ਸਰਵਣ ਕੀਤਾ। ਕਬੀਰ ਮਾਇਆ ਤਜੀ ਤਾਂ ਕਿਆ ਪਿਆ, ਜੋ ਮਾਨ ਤਜਿਆ ਨਾ ਜਾਏ। ਕਹਿੰਦੇ ਮਾਇਆ ਨੂੰ ਛੱਡ ਦੇਣਾ ਕੋਈ ਵੱਡੀ ਗੱਲ ਨਹੀਂ ਹੈ। ਦੁਨੀਆ ਦੇ ਸਾਹਮਣੇ ਕੋਈ ਤਿਆਗੀ ਬਣ ਜਾਣਾ ਕੋਈ ਵੱਡੀ ਖੇਡ ਨਹੀਂ ਹੈ। ਸਰੀਰ ਤਿਆਗੀ ਬਣ ਜਾਏਗਾ ਕੋਈ ਵੱਡੀ ਖੇਡ ਨਹੀਂ, ਮਨ ਕਿਵੇਂ ਤਿਆਗੀ ਬਣੇਗਾ, ਬਸ ਮਸਲਾ ਇਹ ਹੈ। ਮਾਇਆ ਦਾ ਜਿਹੜਾ ਮਾਣ ਹੈ ਨਾ, ਸੰਸਾਰ ਵਿੱਚ ਤੁਸੀਂ ਦੇਖਿਓ ਦੋ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਇਹ ਚਰਚਾ 'ਚ ਰਹਿੰਦੇ ਨੇ। ਇੱਕ ਮੱਧ ਵਰਗ ਦੇ, ਇੱਕ ਹਾਈ ਲੈਵਲ ਵਾਲੇ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਕਰੋੜਪਤੀ ਨੇ। ਕਦੇ ਅਜਮਾ ਕੇ ਦੇਖ ਲਿਓ, ਕਦੇ ਕੋਈ ਕਰੋੜਪਤੀ ਬੰਦਾ ਜਿਹੜਾ ਆਪਣੀ ਕਾਰ ਵਿੱਚ ਹੋਵੇਗਾ ਜਾਂ ਕਿਤੇ ਬਾਜ਼ਾਰ 'ਚ ਮਿਲੇਗਾ, ਉਹਦੀ ਜੇਬ ਵਿੱਚ ਪੈਸੇ ਨਹੀਂ ਹੋਣਗੇ ਤੇ ਉਹ 100 200 500 1000 ਇਸ ਤੋਂ ਵੱਧ ਨਹੀਂ। ਉਹਦੇ ਤਨ ਦੀ ਇੰਨੀ ਪਕੜ ਨਹੀਂ ਮਾਇਆ ਨਾ ਹੁੰਦੀ ਜਿੰਨੀ ਮਨ ਦੀ ਪਕੜ ਹੁੰਦੀ। ਮਨ 'ਚ ਪਤਾ ਮੇਰੇ ਕੋਲ ਬੈਂਕ ਵਿੱਚ ਮੇਰੀ ਫਲਾਣੀ ਜਗ੍ਹਾ ਮੇਰਾ ਅਰਬਾਂ ਖਰਬਾਂ ਕਰੋੜਾਂ ਰੁਪਈਆ ਪਿਆ ਹੈ। ਪਰ ਜਿਹੜੇ ਮੀਡੀਅਮ ਵਰਗ ਦੇ ਨੇ, ਸਾਡੇ ਵਰਗੇ, ਜੇ ਘਰ ਵਿੱਚ ਲੱਖ ਰੁਪਈਆ ਹੈ ਤਾਂ 60 70 ਹਜ਼ਾਰ ਤੇ ਜੇਬ 'ਚ ਪਾ ਕੇ ਕਰਨਾ, ਲੋਕਾਂ ਨੂੰ ਪਤਾ ਤਾਂ ਲੱਗੇ ਮੇਰੇ ਕੋਲ ਪੈਸਾ ਹੈ। ਪਰ ਇੱਕ ਜਿਹੜਾ ਕਰੋੜਾਪਤੀ ਹੈ, ਉਹਦੇ ਅੰਦਰ ਮਾਇਆ ਦਾ ਮਾਣ ਹੈ। ਉਹਨੂੰ ਪਤਾ ਮੇਰੇ ਕੋਲ ਇੰਨਾ ਹੈ, ਆਂਕੜੇ ਉਹਦੇ ਦਿਮਾਗ ਵਿੱਚ ਫਿੱਟ ਨੇ। ਬਾਹਰੋਂ ਉਹਦੀ ਜੇਬ 'ਚ ਭਾਵੇਂ ਲੱਖਾਂ ਦੀ ਗੱਠੀਆਂ ਨਾ ਜੇਬ 'ਚ ਭਰ ਕੇ ਰੱਖੇ, ਪਰ ਸਾਡੇ ਵਰਗਿਆਂ ਕੋਲ ਜੇ ਕਿਤੇ ਆ ਜਾਣ ਤਾਂ ਆਪਾਂ ਤਾਂ ਕਹਿੰਦੇ ਕਿਸੇ ਨੂੰ ਪਤਾ ਤਾਂ ਲੱਗੇ 50,000 ਦੀ ਗੱਠੀ ਮੇਰੀ ਜੇਬ 'ਚ ਪਈ ਹੈ। ਜੇਬ ਦੂਰੋਂ ਹੀ ਭਾਰੀ ਜੀ ਦਿਸਣੀ ਤਾਂ ਚਾਹੀਦੀ ਹੈ। ਹੁਣ ਜਿਹੜੇ ਵੱਡੇ ਲੈਵਲ ਦੇ ਉਹ ਕਹਿੰਦੇ ਅਸੀਂ ਸਾਦੇ ਜਿਹੇ ਰਹਿੰਦੇ ਹਾਂ ਜੀ, ਮਾਇਆ ਕੀ ਕਰਨੀ ਹੈ, ਮਾਇਆ ਨਾਲ ਜਾਣੀ, ਗੱਲਾਂ ਇਹੋ ਜਿਹੀਆਂ ਹੋਣਗੀਆਂ ਉਹਨਾਂ ਦੀਆਂ, ਜੇਬ 'ਚ ਪੈਸੇ ਨਹੀਂ ਰੱਖਣਗੇ, ਪਰ ਮਾਣ ਅੰਦਰ ਹੋਵੇਗਾ ਮੇਰੇ ਕੋਲ ਇੰਨਾ ਤੇ ਪਿਆ ਹੈ ਨਾ। ਉਹ ਮਾਣ ਦੀ ਰੌਣਕ ਨਾਲ ਹੀ ਖੜੇ ਫਿਰਦੇ ਨੇ, ਬਸ ਉਹ ਜੇਬਾਂ ਦੇ ਵਿੱਚ ਨਹੀਂ ਰੱਖਦੇ ਲੱਖਾਂ ਕਰੋੜਾਂ ਰੁਪਈਏ। ਅੱਜ ਕੱਲ੍ਹ ਦਾ ਸਮਾਂ ਡਿਜੀਟਲ ਹੋ ਗਿਆ ਨਾ। ਪਹਿਲਾ ਸਮਾਂ ਤੁਸੀਂ ਕੋਈ 5 7 10 ਲੱਖ ਰੁਪਈਆ ਕਢਾਉਣ ਜਾਣਾ ਤੇ ਝੋਲਾ ਬੰਦਾ ਘਰੋਂ ਲੈ ਕੇ ਜਾਂਦਾ, ਬੈਗ ਲੈ ਕੇ ਜਾਂਦਾ ਸੀ। ਹੁਣ ਤਾਂ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ, ਬੈਠੇ ਬੈਠੇ ਲੱਖਾਂ ਕਰੋੜਾਂ ਰੁਪਈਆ ਹਵਾ 'ਚ ਹੀ ਟਰਾਂਸਫਰ ਹੋ ਜਾਂਦਾ ਹੈ। ਲੱਖਾਂ ਕਰੋੜਾਂ ਰੁਪਈਆ ਹਵਾ 'ਚ ਇੱਕ ਦੂਜੇ ਦੇ ਖਾਤੇ 'ਚ ਆ ਗਿਆ। ਕਿਸੇ ਚੀਜ਼ ਦੀ ਲੋੜ ਨਹੀਂ, ਇੱਕ ਲਿਫਾਫੇ ਦੀ ਵੀ ਲੋੜ ਨਹੀਂ। ਬਾਹਰੋਂ ਜੇਬ 'ਚ ਕੁਛ ਵੀ ਨਾ ਰੱਖੇ, ਕਹੇ ਮਾਇਆ ਤਾਂ ਮੈਂ ਤਾਂ ਪਕੜ ਹੀ ਰੱਖਦਾ ਜੀ, ਮਾਇਆ ਕੀ ਕਰਨੀ, ਜਿੰਨਾ ਗੁਜ਼ਾਰਾ ਹੋਈ ਜਾਂਦਾ। ਪਰ ਅੰਦਰੋਂ ਲਾਲਸਾ, ਮਾਣ ਛੱਡਣਾ ਬੜਾ ਔਖਾ ਮਾਇਆ ਦਾ। ਮਸਕੀਨ ਜੀ ਦੀ ਮੈਨੂੰ ਇੱਕ ਗੱਲ ਯਾਦ ਆ ਕਿ ਮਸਕੀਨ ਜੀ ਇੱਕ ਵਾਰ ਜ਼ਿਕਰ ਕਰ ਰਹੇ ਸਨ, ਕਹਿਣ ਲੱਗੇ ਮੈਂ ਬੰਗਲਾ ਸਾਹਿਬ ਕਥਾ ਕਰ ਰਿਹਾ ਸੀ ਅਤੇ ਉੱਥੇ ਰੋਜ਼ ਨਾ ਇੱਕ ਕੋਈ ਅਰੋੜਾ ਸਿੱਖ ਸੀ, ਪਾਪਾ ਸਿੱਖ ਸੀ, ਅਤੇ ਉਹਨੇ ਆ ਕੇ ਰੋਜ਼ ਮਸਕੀਨ ਜੀ ਨੂੰ ਫਤਿਹ ਬੁਲਾਣੀ। ਮਸਕੀਨ ਜੀ ਨੇ ਕਹਿਣਾ ਜੀ ਆਓ ਜੀ, ਤੁਸੀਂ ਬੜੇ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਆ ਜਾਂਦੇ ਹੋ। ਨਹੀਂ ਜੀ ਮਹਾਰਾਜ, ਮੈਂ ਤਾਂ ਦਾਸ ਹਾਂ, ਮੈਂ ਤਾਂ ਸੰਗਤ ਦੀ ਧੂੜ ਹਾਂ। ਇਹੋ ਜਿਹੇ ਬਚਨ ਵੱਡੇ ਵੱਡੇ, ਇਹ ਬੜੇ ਮਹਿੰਗੇ ਬਚਨ ਹੁੰਦੇ ਸੰਗਤ ਜੀ। ਦਾਸ ਕਹਿਣਾ ਅਤੇ ਦਾਸ ਬਣਨ ਵਿੱਚ ਜ਼ਮੀਨ ਸਮਾਨ ਦਾ ਫਰਕ। ਮਸਕੀਨ ਜੀ ਕਹਿਣ ਲੱਗੇ ਇੱਕ ਦਿਨ ਮੇਰੇ ਮਨ 'ਚ ਆਇਆ ਵੀ ਪਰਖ ਕੇ ਦੇਖੀਏ ਵੀ ਵਾਕਈ ਅੰਦਰ ਇੰਨੀ ਨਿਮਰਤਾ ਹੈ ਵੀ ਹੈ ਕਿ ਗੱਲਾਂ ਨਾਲ ਹੀ ਹੈ। ਗੱਲਾਂ 'ਚ ਕਹੀ ਜਾਣਾ ਮੈਂ ਜੀ ਅਸੀਂ ਬੜੇ ਨਿਮਾਣੇ ਹਾਂ, ਕਹਿਣਾ ਤਾਂ ਸੌਖਾ ਹੈ, ਮੇਰੇ ਵਰਗਾ ਵੀ ਕਹਿ ਦਿੰਦਾ। ਕਹਿ ਲਗੇ ਇੱਕ ਦਿਨ ਮੈਂ ਆ ਗਏ, ਕਹਿੰਦੇ ਕਥਾ ਵਾਸਤੇ ਆਇਆ ਅਤੇ ਅੱਗੇ ਫਿਰ ਮਿਲ ਗਿਆ ਕੁਦਰਤੀ, ਅਤੇ ਮੈਂ ਉਹਦੇ ਬਾਰੇ ਕਹਿੰਦੇ ਸੋਚ ਰਿਹਾ ਸੀ। ਇਤਨੀ ਨਿਮਰਤਾ, ਇਤਨੀ ਸਾਦਗੀ, ਇਤਨੇ ਅਮੀਰ ਬੰਦੇ ਵਿੱਚ ਉੱਤੋਂ ਉੱਤੋਂ ਹੈ ਕਿ ਅੰਦਰੋਂ ਵੀ ਹੈ। ਕਹਿ ਲਗੇ ਜਦੋਂ ਆਇਆ ਨਾ, ਮੈਂ ਕਹਿੰਦੇ ਮਸਕੀਨ ਜੀ ਕਹਿਣ ਲੱਗੇ ਮੈਂ ਕਿਹਾ ਆਓ ਜੀ ਗੁਰਮੁਖੋ, ਬੜੇ ਵੱਡੇ ਭਾਗਾਂ ਵਾਲੇ ਹੋ, ਬਾਲਾ ਪ੍ਰੀਤਮ ਸਤਿਗੁਰੂ ਦੀ ਗੋਦ ਦਾ ਆਨੰਦ ਮਾਣਦੇ ਹੋ। ਨਹੀਂ ਜੀ ਮਹਾਰਾਜ, ਅਸੀਂ ਤਾਂ ਸੰਗਤ ਦੇ ਦਾਸ ਹਾਂ, ਧੂੜ ਹਾਂ। ਮਸਕੀਨ ਜੀ ਕਹਿਣ ਲੱਗੇ ਮੈਂ ਮਾੜਾ ਜਿਹਾ ਭਾਰੀ ਆਵਾਜ਼ ਵਿੱਚ ਕਿਹਾ ਵਾਕਈ ਤੂੰ ਧੂੜ ਹੀ ਹੈ। ਕਹਿੰਦੇ ਜਦੋਂ ਇੰਨਾ ਵਚਨ ਕਿਹਾ ਤਾਂ ਕਹਿਣ ਲੱਗੇ ਉਹਨੂੰ ਵੱਟ ਚੜ੍ਹ ਗਿਆ ਮੱਥੇ 'ਤੇ ਵੀ ਮੈਨੂੰ ਧੂੜ ਕਹਿ ਤਾ, ਤੂੰ ਵਾਕਈ ਮਿੱਟੀ ਹੈ, ਸਵਾਹ ਹੀ ਹੈ ਤੂੰ।
भावें मिट्टी सुहा ਆਪਾਂ ਸਾਰੇ ਹੀ ਆ, ਪੰਜਾਂ ਤੱਤਾਂ ਦਾ ਸਰੀਰ ਹੈ ਨਾ, ਮਾਟੀ ਮਾਟੀ ਹੋਈ ਇੱਕ ਦਿਨ ਮਿੱਟੀ 'ਚ ਮਿੱਟੀ ਮਿਲ ਜਾਣਾ ਹੈ ਆਪਾਂ। ਪਰ ਕੁਛ ਸਿੱਧਾ ਸਾਨੂੰ ਡਾਇਰੈਕਟ ਕਹਿ ਦੇ। ਗੁਰੂ ਤੇਗ ਬਹਾਦਰ ਬਾਰੇ ਕਹਿੰਦੇ 5 ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਹੈ ਸਰੀਰ, ਜਿਹਦੇ 'ਚ ਸਭ ਤੋਂ ਪ੍ਰਧਾਨ ਮਿੱਟੀ ਹੈ। ਆ ਜਿਹੜੀ ਸਾਡੀ ਸਕਿਨ ਨੂੰ ਮਿੱਟੀ ਕਹਿੰਦੇ ਆ। ਪਰ ਜੇ ਸਾਨੂੰ ਸਿੱਧਾ ਕਹੇ ਉਹ ਮਿੱਟੀ, ਮਹਾਰਾਜ ਕਹਿੰਦੇ ਨਾ ਮਾਟੀ ਕਾ ਪੁਤਲਾ ਕੈਸੇ ਨਚਤਾ ਹੈ, ਮਿੱਟੀ ਦਾ ਪੁਤਲਾ ਹੈ ਨਾ ਸਰੀਰ। ਜੇ ਸਾਨੂੰ ਸਿੱਧਾ ਕਹੇ ਉਹ ਮਿੱਟੀ ਹੈ ਤੂੰ ਮਿੱਟੀ ਹੋਈ ਹੋ ਜਾਣਾ ਹੈ। ਬਸ ਕਹਿਣ ਦਾ ਤਰੀਕਾ ਥੋੜ੍ਹਾ ਜਿਹਾ ਉਹਦਾ ਕੈੜਾ ਹੋਵੇ ਨਾ, ਸਾਨੂੰ ਵੱਟ ਚੜ੍ਹ ਜਾਣਾ ਹੈ। ਪਰ ਅਸ ਹੈ ਤਾਂ ਸੱਚ ਹੀ ਨਾ। ਕਹਿਣਗੇ ਵਾਕਈ ਤੂੰ ਧੂੜ ਹੈ, ਧੂੜ 'ਚ ਹੀ ਮਿਲ ਜਾਣਾ ਇੱਕ ਦਿਨ। ਕਹਿਣ ਲੱਗੇ ਬਾਅਦ 'ਚ 1.25 ਮਹੀਨਾ ਮੈਂ ਉੱਥੇ ਰਿਹਾ ਅਤੇ 1.25 ਮਹੀਨਾ ਮੈਨੂੰ ਉਹਨੇ ਬੁਲਾਇਆ ਨਹੀਂ, ਲਾਗੂ ਲੰਘ ਜਾਂਦਾ ਰਿਹਾ। ਇਹਨੂੰ ਕਹਿੰਦੇ ਮਾਣ ਨਹੀਂ ਤਜਿਆ ਗਿਆ। ਕਹਿਣਾ ਸੌਖਾ ਹੈ। ਕਬੀਰ ਕਹਿੰਦੇ ਮਾਣ ਮੁਨਵਰ, ਬੜੇ ਬੜੇ ਦਰਬਾਸ਼ਾ ਵਰਗੇ ਰਿਸ਼ੀ ਮੁਨੀ ਮਾਣ ਨਹੀਂ ਛੱਡ ਸਕੇ, ਭ੍ਰਿਗੂ ਵਰਗੇ ਨਹੀਂ ਛੱਡ ਸਕੇ। ਮਾਣ ਤਜਿਆ ਨਾ ਜਾਏ। ਕਬੀਰ ਸਾਜਾ ਸਤਿਗੁਰ ਮੈਂ ਮਿਲਿਆ। ਕਬੀਰ ਕਹਿੰਦੇ ਮੈਨੂੰ ਨਾ ਸੱਚਾ ਮਾਲਕ ਵਾਹਿਗੁਰੂ ਪਰਮੇਸ਼ਰ ਗੁਰੂ ਸੱਚਾ ਮਿਲ ਗਿਆ, ਰਾਮਾਨੰਦ ਜੀ ਵਰਗਾ। ਸ਼ਬਦ ਜੋ ਪਾਇਆ ਏਕ, ਕਹਿੰਦੇ ਉਹਨਾਂ ਨੇ ਮੇਰੇ ਕੰਨਾਂ 'ਚ ਇੱਕੋ ਸ਼ਬਦ ਪਾਇਆ ਸੀ। ਜਦੋਂ ਕਬੀਰ ਜੀ ਉਹਨਾਂ ਨੂੰ ਗੁਰੂ ਧਾਰਨ ਕਰਨ ਵਾਸਤੇ ਗੰਗਾ ਦੇ ਕਿਨਾਰੇ 'ਤੇ ਅੰਮ੍ਰਿਤ ਵੇਲੇ ਲੇਟ ਗਏ ਨਾ, ਰਾਮਾਨੰਦ ਜੀ ਸੁਭਾਵਕ ਆਏ, ਦੇਖਿਆ ਠੇਡਾ ਲੱਗਾ, ਹਨੇਰਾ ਸੀ, ਲਾਈਟਾਂ ਕਿੱਥੇ ਹੁੰਦੀਆਂ ਸੀ। ਦੇਖਿਆ ਬੰਦਾ ਸੁੱਤਾ ਹੈ ਅੰਮ੍ਰਿਤ ਵੇਲੇ, ਇਸ ਵੇਲੇ ਸੁੱਤਾ ਹੈ। ਉਹ ਉੱਠ ਰਾਮ ਕੇ ਰਾਮ ਰਾਮ ਬੋਲ। ਕਬੀਰ ਨੇ ਝੋਲੀ ਅੜ ਕੇ ਕਿਹਾ 7 ਬਚਨ ਹੈ ਗੁਰਦੇਵ। ਨਾਮ ਮਿਲ ਗਿਆ ਕੰਨਾਂ ਵਿੱਚ। ਕਬੀਰ ਕਹਿੰਦੇ ਨੇ ਕਬੀਰ ਸਾਦਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਉਹਨੇ ਇੱਕ ਸ਼ਬਦ ਦਾ ਬਾਣ ਮਾਰਿਆ ਹਿਰਦੇ ਵਿੱਚ, ਲਾਗਤ ਹੀ ਭੋਏ ਗਿਰ ਭਰਿਆ। ਜਿੰਨਾ ਮਾਣ ਹੰਕਾਰ ਵਿਕਾਰ ਸਾਰੇ ਡਿੱਗ ਪਏ ਸਰੀਰ 'ਚੋਂ। ਗੁਰੂ ਪੂਰੇ ਦਾ ਵਚਨ ਸੀ ਨਾ। ਆ ਤੁਸੀਂ ਦੇਖਿਆ ਨਾ ਪਿਸਤੌਲ ਅਤੇ ਬੰਦੂਕ ਦੀ ਗੋਲੀ ਕੈਸੀ ਹੁੰਦੀ, ਨਿੱਕੀ ਜਿਹੀ ਹੁੰਦੀ ਹੈ। ਚੁੱਕ ਕੇ ਮਾਰੋਗੇ ਤਾਂ ਬਾਹਰੋਂ ਸਰੀਰ ਨੂੰ ਸੱਟ ਲੱਗ ਜਾਏਗੀ। ਜ਼ੋਰ ਦੀ ਮਾਰਾਂਗੇ ਤੇ ਹੌਲੀ ਜਿਹੀ ਮਾਰਾਂਗੇ ਕੁਛ ਨਹੀਂ ਕਰਨਾ। ਪਰ ਉਹ ਹੀ ਗੋਲੀ ਜਿਹੜੀ ਹੈ ਬੰਦੂਕ ਵਿੱਚੋਂ ਦੀ ਪਾ ਕੇ ਮਾਰੀ ਜਾਵੇ ਤਾਂ ਬੰਦਾ ਮਰ ਜਾਂਦਾ ਹੈ। ਉਹ ਗੋਲੀ ਪਲਾਸ ਨਾਲ ਸੁੱਟੋਗੇ ਤਾਂ ਨਹੀਂ ਵੱਜੇਗੀ, ਪਿਸਤੌਲ ਨਾਲ ਮਾਰੀ ਜਾਏਗੀ ਤਾਂ ਬੰਦਾ ਮਰ ਜਾਏਗਾ। ਕਿਉਂ? ਉਹਨੂੰ ਚਲਾਉਣ ਵਾਸਤੇ ਚੀਜ਼ ਸੀ ਜਿਹੜੀ ਉਹ ਕਾਬਲ ਸੀ, ਉਹਦੇ ਮੁਤਾਬਕ ਸੀ। ਹੁਣ ਆਪਾਂ ਰੋਜ਼ ਸੁਣਦੇ ਸੱਜਣ ਠੱਗ, ਸੱਜਣ ਠੱਗ। ਸੱਜਣ ਅਤੇ ਸੰਤ ਸੀ ਸੰਗਤ ਜੀ, ਇੱਕੋ ਸ਼ਬਦ ਉਹਦੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਦਾ, ਸੰਤ ਬਣ ਗਿਆ। ਅਸੀਂ ਲੱਖਾਂ ਸ਼ਬਦ ਲੱਖਾਂ ਵਾਰ ਸੁਣ ਚੁੱਕੇ ਹਾਂ, ਸਾਡੀ ਬਿਰਤੀ ਉੱਤੇ ਪੜੀ ਹੈ। ਸਾਡੇ ਸਰੀਰ 'ਤੇ ਸਾਡੇ ਮਨ 'ਤੇ 5-10 ਮਿੰਟ ਅੱਧਾ ਘੰਟਾ ਅਸਰ ਹੁੰਦਾ, ਫਿਰ ਉਹੀ ਹਿਸਾਬ ਉੱਥੇ ਕੀ ਖੜ ਜਾਂਦਾ। ਦੁਨੀਆਵੀ ਗੱਲਾਂ, ਮਾਇਆ, ਨਿੰਦਿਆ, ਚੁਗਲੀ, ਲੋਭ ਲਾਲਚ, ਕਿੰਨੇ ਪੈਸੇ, ਕਿੰਨੇ ਦੇਣੇ, ਕਿਹਦੇ ਲੈਣੇ। ਨਾਮ ਗਿਆਨ ਇੱਧਰ ਤੇ ਜਾਂਦਾ ਨਹੀਂ ਮਨ। ਕਬੀਰ ਕਹਿੰਦੇ ਮੈਨੂੰ ਪੂਰਾ ਗੁਰੂ ਮਿਲ ਗਿਆ। ਉਹਨੇ ਸ਼ਬਦ ਦਾ ਬਾਣ ਮਾਰਿਆ ਹਿਰਦੇ 'ਤੇ, ਲੱਗਦੇ ਭੋਏ ਮਿਲ ਗਿਆ। ਭਰਿਆ ਕਦੇ ਜੇ ਛੇਕ, ਕਹਿੰਦੇ ਹਿਰਦੇ ਵਿੱਚ ਛੇਕ ਪੈ ਗਿਆ। ਭਾਵ ਜਿਹਨੇ ਵਕਾਰਾਂ ਦੀ ਗੰਠੜੀ ਸੀ ਸਾਰੀ ਖਾਲੀ ਹੋ ਗਈ, ਛੇਕ ਪੈ ਗਿਆ ਉਹਨੂੰ। ਪਰ ਕਹਿ ਲੱਗੇ ਇੱਕ ਗੱਲ ਹੋਰ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਸਤਿਗੁਰ ਨੇ, ਇਹਦੇ ਵਿੱਚ 1% ਵੀ ਨਹੀਂ ਸ਼ੱਕ, ਪੂਰੇ ਨੇ ਸਤਿਗੁਰ ਸਾਡੇ। ਫਿਰ ਹੁਣ ਸ਼ੰਕਾ ਇਹ ਆਵੇਗੀ, ਰੋਜ਼ ਪੂਰੇ ਗੁਰੂ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, 5 ਬਾਣੀਆਂ ਪੜ੍ਹਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਅਸਰ ਕਿਉਂ ਨਹੀਂ ਹੋ ਰਿਹਾ? ਸਭ ਤੋਂ ਵੱਡਾ ਮਸਲਾ ਇਹ। ਰੋਜ਼ ਕੀਰਤਨ ਸੁਣਿਆ, ਕਥਾ ਸੁਣੀ, ਘਰ ਪਾਠ ਵੀ ਕੀਤਾ, ਸਵੇਰੇ ਵੀ ਕੀਤਾ, ਸ਼ਾਮੀ ਵੀ ਕੀਤਾ, ਪਰ ਮਨ ਉੱਥੇ ਕੀ ਖੜਾ ਹੈ? ਜੋ ਇਹਨੂੰ ਪ੍ਰਾਪਤੀ ਗਿਆਨ ਹੋਣਾ ਚਾਹੀਦਾ ਸੀ, ਨਹੀਂ ਹੋਇਆ। ਕਿਉਂ ਨਹੀਂ ਹੋਇਆ? ਇਹਦਾ ਜਵਾਬ ਅਗਲੇ ਸ਼ਲੋਕ ਦੇ ਨਾਲ ਹੀ, ਇਹਦੇ ਨਾਲ ਜੁੜਿਆ। ਕਬੀਰ ਕਹਿੰਦੇ, ਕਬੀਰ ਜੀ ਨੂੰ ਨਾ ਜਿਹੜੇ ਨਾਲ ਦੇ ਸੰਗੀ ਸਨ, ਉਹਨਾਂ ਨੇ ਕਿਹਾ ਵੀ ਤੁਹਾਨੂੰ ਤਾਂ ਪੂਰਾ ਰਾਮਾਨੰਦ ਮਿਲ ਗਿਆ। ਅਸੀਂ ਵੀ ਰੋਜ਼ ਰਾਮਾਨੰਦ ਜੀ ਦੇ ਦਰਸ਼ਨ ਕਰਦੇ ਹਾਂ, ਉਹਨਾਂ ਕੋਲ ਉਪਦੇਸ਼ ਸੁਣਦੇ ਹਾਂ, ਉਹਨਾਂ ਦੀ ਕਥਾ ਸੁਣਦੇ ਹਾਂ, ਪਰ ਸਾਡੀ ਅਵਸਥਾ ਤੁਹਾਡੀ ਜਿੰਨੀ ਕਿਉਂ ਨਹੀਂ ਬਣੀ? ਕਬੀਰ ਜੀ ਨੇ ਇਹਦਾ ਫਿਰ ਜਵਾਬ ਦਿੱਤਾ। ਕਬੀਰ ਸਾਚਾ ਸਤਿਗੁਰ ਕਿਆ ਕਰੈ,
ਹੁਣ ਜਦੋਂ ਬरसात आती है ना संगत जी, ਜਿਹੜੇ ਭਾਂਡੇ ਦੇ ਸਿੱਧੇ ਹੁੰਦੇ ਨੇ ਉਹਨਾਂ 'ਚ ਪਾਣੀ ਭਰ ਜਾਂਦਾ ਹੈ, ਜਿਹੜੇ ਭਾਂਡੇ ਮੁੱਧੇ ਹੁੰਦੇ ਨੇ ਗਿੱਲੇ ਉਹ ਵੀ ਹੁੰਦੇ ਨੇ, ਤੇ ਭਾਂਡਾ ਸਿੱਧਾ ਵੀ ਗਿੱਲਾ ਹੁੰਦਾ ਹੈ। ਪਰ ਮੁੱਧਾ ਭਾਂਡਾ ਗਿੱਲਾ ਤੇ ਹੁੰਦਾ ਹੈ, ਪਰ ਉਹਦੇ ਵਿੱਚ ਪਾਣੀ ਖੜਦਾ ਨਹੀਂ। ਮੁੱਧਾ ਭਾਂਡਾ ਗਿੱਲਾ ਹੁੰਦਾ ਹੈ, ਸਿੱਧਾ ਭਾਂਡਾ ਵੀ ਗਿੱਲਾ ਹੁੰਦਾ। ਸਿੱਧੇ ਵਿੱਚ ਪਾਣੀ ਰੁਕ ਗਿਆ ਤੇ ਮੁੱਧਾ ਸੀ ਜਿਹੜਾ ਉਹ ਗਿੱਲਾ ਹੋ ਕੇ ਪਾਣੀ ਵਹਿ ਗਿਆ। ਬਸ ਇਹੋ ਹੀ ਮਨ ਦੀ ਹਾਲਤ ਹੈ। ਜਿਹੜਾ ਮਨ ਤੇ ਸਿੱਧਾ ਗੁਰੂ ਦੀ ਸ਼ਰਨਾਗਤ ਵਿੱਚ ਹੈ, ਉੱਥੇ ਤੇ ਗਿਆਨ ਟਿਕ ਜਾਂਦਾ ਜੀ। ਹੁਣ ਗੱਲ ਸਮਝਾਣਗੇ ਕਬੀਰ, ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ। ਕਹਿੰਦੇ ਗੁਰੂ ਸੱਚਾ ਕੀ ਕਰੇ, ਜੋ ਸਿੱਖਾਂ ਮੈਂ ਚੂਕ। ਕਹਿੰਦੇ ਸਿੱਖਾਂ ਜੇ ਸਿੱਖ ਵਿੱਚ ਹੀ ਕਸੂਰ ਹੋਵੇਗਾ। ਹੁਣ ਕੋਈ ਮਰੀਜ਼ ਡਾਕਟਰ ਕੋਲ ਚੱਲ ਗਿਆ ਵੀ ਡਾਕਟਰ ਸਾਹਿਬ ਮੈਨੂੰ ਬੜੀ ਖਾਂਸੀ ਲੱਗੀ ਹੈ। ਡਾਕਟਰ ਸਾਹਿਬ ਦਵਾਈ ਜਿੰਨੀ ਮਰਜ਼ੀ ਮਹਿੰਗੀ ਹੋਵੇ, ਮੈਂ ਠੀਕ ਹੋਣਾ ਚਾਹੀਦਾ। ਡਾਕਟਰ ਕਹਿੰਦਾ ਠੀਕ ਹੈ, ਸਭ ਤੋਂ ਵਧੀਆ ਦਵਾਈ ਮਹਿੰਗੀ ਜ਼ਰੂਰ ਹੈ ਪਰ ਅਸਰ ਕਰੇਗੀ। 3 ਦਿਨ ਲਗਾਤਾਰ ਇਹ ਦਵਾਈ ਪੀਣੀ ਹੈ ਤੇ ਖਾਣੀ ਹੈ, ਖਾਂਸੀ ਦਾ ਨਾਮੋ ਨਿਸ਼ਾਨ ਨਹੀਂ ਮਿਲੇਗਾ। ਕਹਿੰਦਾ ਠੀਕ ਹੈ, ਲੈ ਆ ਦਵਾਈ। ਦਵਾਈ ਖਾ ਲਈ ਹੈ, ਫਿਰ ਪਕੌੜੇ ਖਾ ਰਹੇ ਹੈ, ਕੋਲਡ ਡਰਿੰਕਾਂ ਪੀ ਰਹੇ ਹੈ, ਲਟਰ ਪਟਰ ਜੋ ਵੀ ਨਹੀਂ ਖਾਣਾ ਚਾਹੀਦਾ ਖਾਧਾ। ਸ਼ਾਮਾਂ ਪਈਆਂ ਦਵਾਈ ਵੀ ਖਾ ਲਈ, ਰਾਤ ਨੂੰ ਫਿਰ ਤਲੇ ਛਲੇ ਪਰੌਂਠੇ ਪਰਾਂਠੇ ਖਾ ਰਿਹਾ ਹੈ। 3 ਦਿਨ ਦੱਬ ਕੇ ਖਾਧਾ ਤੇ 3 ਦਿਨ ਦੱਬ ਕੇ ਦਵਾਈ ਵੀ ਖਾਧੀ। ਡਾਕਟਰ ਨੂੰ ਕਹਿੰਦਾ ਜੀ ਛਾਤੀ ਤੇ ਅੱਗੇ ਨਾਲੋਂ ਵੀ ਜ਼ਿਆਦਾ ਜਾਮ ਹੋ ਗਈ, ਉੱਥੇ ਸਾਹ ਨਹੀਂ ਲੈ ਜਾਂਦਾ। ਡਾਕਟਰ ਵਿਚਾਰਾ ਹੈਰਾਨ ਹੁੰਦਾ ਵੀ ਇਹ ਨੁਸਖਾ ਤਾਂ ਮੈਂ ਬੜਿਆਂ ਨੂੰ ਦਿੱਤਾ। ਕਹਿੰਦਾ ਕਿ ਵੀ ਖਾਧਾ ਕੀ, ਕੁਛ ਵੀ ਨਹੀਂ ਖਾਧਾ। ਸਵੇਰੇ ਤੇ ਪਕੌੜੇ ਖਾਧੇ ਸੀ ਚਾਹ ਦੇ ਨਾਲ, ਤੇ 2-4 ਪਰੌਂਠੇ ਖਾ ਲਏ ਸੀ, ਤੇ ਵਿਆਹ 'ਚ ਗਏ ਸੀ ਤੇ ਉੱਥੇ ਜੋ ਵਿਆਹ ਦੀ ਸਬਜ਼ੀ ਸੁਬਜ਼ੀ ਉਹ ਖਾ ਲਈ, ਤੇ ਰਾਤ ਨੂੰ ਵੀ ਪੌੜੀਆਂ ਛੋਲੇ ਖਾ ਲਏ। ਤੇ ਡਾਕਟਰ ਕਹੇਗਾ ਵੀ ਭਈ ਹੁਣ ਦਵਾਈ ਉੱਥੇ ਕੀ ਕਰੂਗੀ, ਪਰਹੇਜ਼ ਤੇ ਕੀਤਾ ਹੀ ਨਹੀਂ। ਬਸ ਇਹ ਗੱਲ ਕਬੀਰ ਸਾਨੂੰ ਸਮਝਾ ਰਹੇ ਨੇ। ਕਹਿੰਦੇ ਗੁਰੂ ਨੇ ਸਵੇਰੇ ਸਾਡੇ ਕੰਨਾਂ 'ਚ ਬਾਣੀ ਦਾ ਦਵਾਈ ਪਾ ਦਿੱਤੀ, ਬੈਰਾ ਬੈਦ ਗੁਰੂ ਗੋਬਿੰਦਾ, ਤੇ ਅਸੀਂ ਕੰਨਾਂ 'ਚ ਪਵਾ ਵੀ ਲਈ ਦਵਾਈ। ਹੁਣ ਕੁਛ ਦਵਾਈਆਂ ਅੱਖਾਂ 'ਚ ਪੈਂਦੀਆਂ ਨੇ, ਕੁਛ ਨਾਸਕਾਂ 'ਚ ਵੀ ਪੈਂਦੀਆਂ, ਤੁਹਾਨੂੰ ਪਤਾ ਹੈ, ਕੁਛ ਕੰਨਾਂ 'ਚ ਵੀ ਪਾਉਂਦੀਆਂ ਨੇ, ਤੇ ਕੁਛ ਦਵਾਈਆਂ ਨੇ ਜਿਹੜੀਆਂ ਸਿਰਫ ਜ਼ੁਬਾਨ 'ਤੇ ਰੱਖਣੀ ਹੁੰਦੀ ਹੈ। ਉਹ ਦਵਾਈ ਦੀ ਤਸੀਰ ਐਸੀ ਹੈ। ਮਨ ਨੂੰ ਅਸਰ ਕਰਨ ਵਾਸਤੇ ਦਵਾਈ ਜ਼ੁਬਾਨ 'ਤੇ ਨਹੀਂ ਮਿਲਦੀ। ਸਰੀਰ ਬਿਮਾਰ ਹੈ ਨਾ, ਦਵਾਈ ਮੂੰਹ ਥਾਣੀ ਖਾਣੀ ਪੈਂਦੀ ਹੈ। ਜੇ ਮਨ ਬਿਮਾਰ ਹੈ ਤਾਂ ਦਵਾਈ ਕੰਨਾਂ ਥਾਣੀ ਜਾਂਦੀ ਅੰਦਰ। ਹੁਣ ਇਹ ਗੱਲ ਅੱਗੇ ਖੋਲ੍ਹਣਗੇ। ਕਬੀਰ ਕਹਿੰਦੇ ਗੁਰੂ ਕੀ ਕਰੇ ਜੇ ਸਿੱਖ ਵਿੱਚ ਹੀ ਸ਼ਰਧਾ ਨਾ ਹੋਵੇ, ਸਿੱਖ ਨੂੰ ਭਰੋਸਾ ਹੀ ਨਾ ਹੋਵੇ। ਸਿੱਖ ਸਵੇਰੇ ਰੋਜ਼ ਆ ਕੇ ਗੁਰਦੁਆਰੇ ਮੰਦਰ ਵਿੱਚ ਬਹਿਰੇ ਆ ਕੇ ਰੱਬ ਦੀਆਂ ਕਥਾ ਕਹਾਣੀਆਂ ਸੁਣੀਆਂ, ਪਰ ਕੀਤਾ ਕਿਵੇਂ? ਅੰਧੇ ਏਕ ਨਾ ਲਾਗਈ। ਕਹਿੰਦੇ ਅਕਲ ਦਾ ਅੰਨਾ ਜੀਵ ਜਿਉਂ ਬਾਸ ਵਜਾਈਏ ਫੂਕ, ਇੱਕ ਕੰਨ 'ਚੋਂ ਇੱਧਰੋਂ ਕਥਾ ਸੁਣਦਾ ਹੈ ਤੇ ਦੂਜੇ ਕੰਨ 'ਚੋਂ ਕੱਢ ਦਿੰਦਾ ਹੈ ਉੱਥੇ ਹੀ। ਤੇ ਮੈਂ ਬੇਨਤੀ ਕਰਾਂ, ਰੋਜ਼ ਕਥਾ ਸੁਣਨ ਵਾਲੇ ਇੱਕ ਅੱਧਾ ਹੀ ਕੋਈ ਹੋਵੇਗਾ ਜਿਹਨੂੰ ਯਾਦ ਹੋਵੇਗਾ ਵੀ ਕਿਹੜੇ ਸਲੋਕ ਦਾ ਕੀ ਅਰਥ ਹੋਵੇਗਾ। ਤੁਹਾਨੂੰ ਮੇਰੇ ਹਿਸਾਬ ਨਾਲ ਆਹ 56 ਸਲੋਕਾਂ 'ਚੋਂ ਕੋਈ ਵਿਰਲਾ ਗੁਰਮੁਖ ਹੋਵੇਗਾ ਜਿਹਨੂੰ ਕਦੇ ਇੱਕ ਸਲੋਕ ਦੇ ਪ੍ਰੋਪਰ ਅਰਥ ਜਿਵੇਂ ਮੈਂ ਕੀਤੇ ਉਹ ਆਉਂਦੇ ਹੋਣਗੇ। ਸਾਡੀ ਪਕੜ ਨਹੀਂ, ਇਹ ਨਹੀਂ ਤੁਸੀਂ ਸੁਣਿਆ ਨਹੀਂ, ਸੁਣਿਆ। ਸਾਡਾ ਸੁਣਨ ਦਾ ਪਰਪੱਕ ਅਭਿਆਸ ਨਹੀਂ ਹੈ। ਸੁਣ ਕੇ ਸਾਨੂੰ ਉਹ 'ਚੋਂ ਕੁਛ ਕੱਢਣਾ ਨਹੀਂ ਆਉਂਦਾ, ਅਸੀਂ ਯਤਨ ਹੀ ਨਹੀਂ ਕੀਤਾ। ਸਵੇਰੇ ਹਾਜ਼ਰੀ ਭਰਨੀ ਇਹ ਬਿਨਾਂ ਕਰਮਾਂ ਤੋਂ ਨਹੀਂ ਭਰੀ ਜਾਂਦੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਆ ਤੁਸੀਂ ਆ ਕੇ ਬੈਠੇ ਹੋ ਨਾ, ਇਹ ਕੋਈ ਪਿਛਲਾ ਚੰਗਾ ਕਰਮ ਜਾਗਿਆ, ਮਾਲਕ ਦੀ ਬਖਸ਼ਿਸ਼ ਹੋਈ, ਅੰਮ੍ਰਿਤ ਵੇਲਾ ਮਿਲ ਗਿਆ, ਗੁਰੂ ਦੀ ਗੋਦ ਮਿਲ ਗਈ, ਸਵਾਸ ਸਫਲੇ ਹੋ ਜਾਣਗੇ, ਕੋਈ ਸ਼ੱਕ ਨਹੀਂ ਹੈ। ਪਰ ਜੀਵਨ ਸਫਲ ਹੋਣਾ ਚਾਹੀਦਾ ਸੀ, ਸਮਾਂ ਨਹੀਂ ਸਫਲ ਕਰਨਾ। ਇੱਕ ਨੇ ਸਮਾਂ ਕੱਢ ਦਿੱਤਾ ਵਧੀਆ ਹੈ ਏਸੀ ਵਾਲੇ ਕਮਰੇ 'ਚ, ਇੱਕ ਨੇ ਸਮਾਂ ਕੱਢ ਦਿੱਤਾ ਪੱਖੇ ਥੱਲੇ। ਸਮਾਂ ਦੋਨਾਂ ਦਾ ਗੁਜ਼ਰ ਗਿਆ, ਇੱਕ ਦਾ ਸੌਖਾ ਗੁਜ਼ਰਿਆ, ਪਰ ਜਿਹੜਾ ਪੱਖੇ ਵਾਲਾ ਸੀ ਨਾ, ਬੱਤੀ ਚਲੇ ਗਈ ਤੇ ਏਸੀ ਵਾਲੇ ਨੂੰ ਹੋ ਜਾਣੀ ਹੁਣ ਤੰਗੀ ਬੜੀ ਜ਼ਿਆਦਾ। ਪੱਖੇ ਵਾਲੇ ਨੇ ਤਾਂ ਬੱਤੀ ਤੋਂ ਬਗੈਰ ਸਾਰ ਲੈਣਾ, ਕਿਉਂਕਿ ਪੱਖੇ 'ਚ ਉਹਨਾਂ ਕੀ ਸਿਸਟਮ ਸੀ, ਉਹਨੇ ਉਹਨਾਂ ਕੁ ਸੁੱਖ ਲਿਆ।
ਸਾਡੇ ਮਨ ਨੂੰ ਆਦਤ ਸਮਾਂ ਸਫਲਾ ਨਹੀਂ, ਮਹਾਰਾਜ ਕਹਿੰਦੇ ਜੀਵਨ ਸਫਲ ਬਣਾ ਜਿਹੜਾ ਤੈਨੂੰ ਕਿਸੇ ਕਰਮ ਕਾਂਡ ਦਾ ਸਹਾਰਾ ਨਾ ਲੈਣਾ ਪਵੇ। ਕਬੀਰ ਕਹਿੰਦੇ ਨੇ ਗੁਰੂ ਕੀ ਕਰੇਗਾ। ਗੁਰੂ ਦੀ ਬਾਣੀ ਇੱਕ ਠੱਗ ਸੁਣਦਾ ਹੈ ਤੇ ਉਹ ਸੰਤ ਬਣ ਜਾਂਦਾ ਹੈ। ਇੱਕ ਰਾਖਸ਼ ਕੋਡਾ ਸੁਣਦਾ ਹੈ ਜਿਹੜਾ ਬੰਦਿਆਂ ਨੂੰ ਤਲ ਤਲ ਕੇ ਖਾਂਦਾ ਸੀ। ਤਪਤ ਕੜਾਹਾ ਬੁਝ ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਉਹਨੂੰ ਗਿਆਨ ਹੋ ਗਿਆ, ਉਹ ਸੰਤ ਬਣ ਗਿਆ, ਸੱਚਖੰਡ ਵਾਸੀ ਬਣ ਗਿਆ। ਪਰ ਇੱਥੇ ਸਾਰਾ ਦਿਨ ਲੰਘ ਜਾਂਦਾ, ਟੈਲੀਵਿਜ਼ਨ 'ਚ ਪਾਠ ਸੁਣਦੇ ਹਾਂ, ਸਪੀਕਰਾਂ ਦੇ ਵਿੱਚ ਮੰਦਰਾਂ 'ਚੋਂ ਭਜਨ ਸੁਣਦੇ ਹਾਂ, ਗੁਰਦੁਆਰੇ ਤੋਂ ਪਾਠ ਚੱਲਦਾ ਹੈ, ਕੀਰਤਨ ਚੱਲਦਾ, ਕਥਾ ਚੱਲਦੀ, ਪਰ ਸਾਡਾ ਮਨ ਫਿਰ ਉੱਥੇ ਹੀ ਖੜ੍ਹਾ ਹੈ। ਕਿਉਂ? ਅਸੀਂ ਉਸ ਗੱਲ ਨੂੰ ਪਕੜਦੇ ਨਹੀਂ ਹਾਂ। ਸੁਣਿਆ ਕਿੱਧਰੋਂ ਨਿਕਲ ਗਈ, ਕਿਉਂ ਨਹੀਂ ਭਲਾ? ਸਾਡਾ ਧਿਆਨ ਜਿਹੜਾ ਕਾਗਰ ਹੋ ਕੇ ਸੁਣਦਾ ਨਹੀਂ, ਜੇ ਸੁਣਦਾ ਹੈ ਤਾਂ ਸਾਡੇ ਮਨ ਦਾ ਅਭਿਆਸ। ਮੈਂ ਅੱਗੇ ਬੇਨਤੀ ਅਕਸਰ ਕਰਦਾ, ਇੱਕ ਤੱਕੜੀ ਦੇ ਪੱਲੇ ਵਿੱਚ 1000 ਗ੍ਰਾਮ ਹੈ, ਇੱਕ ਪਾਸੇ 200 ਗ੍ਰਾਮ ਹੈ, ਅਤੇ ਕਿਹੜਾ ਪੱਲਾ ਭਾਰਾ ਹੋਵੇਗਾ? 1000 ਗ੍ਰਾਮ ਵਾਲਾ ਹੋਵੇਗਾ ਨਾ। 24 ਘੰਟੇ 'ਚੋਂ ਤੁਹਾਡੇ ਸਾਡੇ ਮਨ ਨੇ ਕਿੰਨਾ ਸਮਾਂ ਧਰਮ ਨੂੰ ਦਿੱਤਾ, ਕਿੰਨਾ ਸਮਾਂ ਰੱਬ ਦੇ ਨਾਮ ਨੂੰ ਦਿੱਤਾ। ਜਿਹੜੀ ਰੰਗਤ ਜ਼ਿਆਦਾ ਚੜ੍ਹੇਗੀ ਤੇ ਮਨ ਨੇ ਤੇ ਉੱਧਰਲੇ ਪਾਸੇ ਝੁਕਾਅ ਹੋਣਾ ਹੈ। ਇਹੋ ਗੱਲ ਕਬੀਰ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੇ। ਕਹਿੰਦੇ ਗੁਰੂ ਕੀ ਕਰੇ। 10ਵੇਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਨੇ ਸਾਡੇ ਵਾਸਤੇ ਸਰਬੰਸ ਵਾਰ ਦਿੱਤਾ। ਆਪਣੇ ਬੜੇ ਨਾਜ਼ੁਕ ਕੋਮਲ 4 ਸਾਹਿਬਜ਼ਾਦੇ ਵਾਰ ਦਿੱਤੇ। ਬਜ਼ੁਰਗ ਮਾਤਾ ਸਾਡੇ ਵਾਸਤੇ ਵਾਰ ਦਿੱਤੀ, ਆਨੰਦ ਦੀ ਪੁਰੀ ਛੱਡ ਦਿੱਤੀ, ਪਰਿਵਾਰ ਖੇਰੂ ਖੇਰੂ ਹੋ ਗਿਆ। ਕਿੰਨਾਂ ਵਾਸਤੇ ਕੀਤਾ ਇੰਨਾ ਕੁਛ? ਤੇ ਕੀ ਕਿਹਾ ਭਲਾ? ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਖੰਡੇ ਬਾਟੇ ਦੀ ਪੋਲ ਦਿੰਦੇ ਨੇ ਸਤਿਗੁਰੂ। ਤੇ ਕੀ ਕਹਿੰਦੇ ਨੇ? ਇਹ ਨਹੀਂ ਕਿਹਾ ਬੋਲੋ ਗੁਰੂ ਗੋਬਿੰਦ ਸਿੰਘ ਦੀ ਜੈ, ਨਹੀਂ। ਪਤਾ ਕੀ ਕਿਹਾ? ਖਾਲਸਾ ਸਾਜ ਦਿੱਤਾ ਅੱਜ ਤੋਂ ਮੈਂ। ਇਹ ਖਾਲਸਾ ਕਿਹਦਾ ਹੈ ਭਲਾ? ਵਾਹਿਗੁਰੂ ਜੀ ਕਾ ਖਾਲਸਾ। ਇਹ ਖਾਲਸਾ ਕਿਹਦਾ ਹੈ? ਉਸ ਵਾਹਿਗੁਰੂ ਦਾ। ਤੇ ਖਾਲਸੇ ਦੀ ਪ੍ਰਾਪਤੀ ਦੀ ਜਿੱਤ ਕਿਹਦੀ ਹੈ? ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਦਾ ਖਾਲਸਾ ਨਹੀਂ ਕਿਹਾ, ਜਿੱਤ ਗੁਰੂ ਗੋਬਿੰਦ ਸਿੰਘ ਦੀ ਨਹੀਂ ਕਹੀ। ਕਿਹਦੀ ਕਹੀ ਹੈ? ਅਕਾਲ ਪੁਰਖ ਨੇ ਸਾਜਿਆ। ਇਹ ਨਿਮਰਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦੀ। ਸਾਨੂੰ ਬੜਾ ਕੁਝ ਸਮਝਾ ਕੇ ਜੀਵਨ ਜੀ ਕੇ ਦਿਖਾਇਆ। ਦੁੱਖ ਵੀ ਆਣੇ ਨੇ, ਪਰਿਵਾਰ ਵੀ ਖੇਲੂ ਖੇਲੂ ਹੋ ਜਾਵੇਗਾ, ਪਰ ਤੂੰ ਇਹ ਕਹਿਣਾ ਮਿੱਤਰ ਪਿਆਰੇ ਨੂੰ ਹਾਲ, ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ, ਉੱਡ ਨਾਗ ਨਿਵਾਸਾ ਦੇ ਰਹਿਣਾ, ਸੁਰ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰ ਅੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ। ਮਹਾਰਾਜ ਤੂੰ ਜਿੱਥੇ ਰੱਖਦਾ ਮੈਂ ਰਾਜੀ ਹਾਂ। ਸਾਡੀ ਤੇ ਮੰਗ ਕੋਈ ਨਾ ਪੂਰੀ ਹੋਵੇ ਤੇ ਕਿੰਤੂ ਕਰਨ ਲੱਗਿਆ ਰੱਬ ਨੂੰ ਵੀ ਅਸੀਂ ਨਹੀਂ ਛੱਡਦੇ। ਕਹਿੰਦੇ ਗੁਰੂ ਕੀ ਕਰੇਗਾ। ਜੇ ਸਿੱਖਾਂ ਵਿੱਚ ਹੀ ਕੰਮ ਹੀ ਹੈ, ਇਹ ਕੰਨ ਤੋਂ ਸੁਣਿਆ ਤੇ ਦੂਜੇ ਤੋਂ ਕੱਢ ਦਿੱਤਾ। ਸਾਡਾ ਮਨ ਤਾਂ ਉੱਥੇ ਖੜਾ ਨਾ ਪਿਆ। ਸਾਡੇ ਮਨ 'ਤੇ ਨਾ ਕਿਸੇ ਕਥਾ ਦਾ ਅਸਰ, ਨਾ ਕੀਰਤਨ ਦਾ ਅਸਰ। ਲੜਾਈ ਝਗੜੇ ਵਿੱਚ ਸ਼ੇਰਾਂ ਸੀ, ਉਹ ਵੀ ਸ਼ੇਰ ਹੁੰਦੇ ਜਿਨ੍ਹਾਂ ਦਾ ਲੈਣਾ ਦੇਣਾ ਹੀ ਕੁਛ ਨਹੀਂ ਹੁੰਦਾ। ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਏਗਾ ਕਿਸੇ ਨਾਲ ਵੀ। ਕੋਈ ਬੰਦਾ ਕਿਸੇ ਥੋਕ ਦੀ ਦੁਕਾਨ 'ਤੇ ਚਲਾ ਗਿਆ ਨਾ, ਅਤੇ ਉਹ ਭਾਈ ਥੋਕ ਵਾਲੇ ਨੇ ਕੀ ਕੀਤਾ, ਜਦੋਂ ਸੌਦਾ ਤੋਲਿਆ ਤਾਂ ਕਿਤੇ ਵਿਚਾਰੇ ਕੋ ਘੱਟ ਤੋਲਿਆ ਗਿਆ ਹੋਵੇਗਾ, ਗਾਹਕ ਨਾਲ ਲੜ ਪਿਆ। ਗਾਹਕ ਸੀ ਜਿਹੜਾ ਲੜ ਪਿਆ, ਮੈਂ ਪੈਸੇ ਦਿੱਤੇ, ਤੂੰ ਮੇਰਾ ਸੌਦਾ ਘੱਟ ਤੋਲਿਆ। 2-4 ਰਾਹੀ ਜਾ ਲਏ ਸੀ, ਉਹ ਵੀ ਸੁਣਿਆ ਵੀ ਇਹਨੇ ਘੱਟ ਤੋਲਿਆ, ਸ਼ੁਰੂ ਹੋ ਗਏ। ਸਿਆਣੇ ਬੰਦੇ ਆਏ, ਭਈ ਇਹਨੇ ਤਾਂ ਸੌਦਾ ਲੈਣਾ ਸੀ, ਇਹਦਾ ਸੌਦਾ ਘੱਟ ਸੀ ਮੰਨ ਲਓ,
ਉਹ ਤਾਂ ਲੜਿਆ ਤੁਹਾਡਾ ਨਹੀਂ, ਸਾਨੂੰ ਤਾਂ ਇਹਨੂੰ ਦੇਖ ਕੇ ਗੁੱਸਾ ਆ ਗਿਆ ਵੀ ਇਹਨੂੰ ਘੱਟ ਕਿਉਂ ਦਿੱਤਾ। ਉਹ ਘੱਟ ਉਹਨੂੰ ਦਿੱਤਾ, ਤੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ। ਸਮਝ ਆਈ ਵਾਕਈ ਮਸਲਾ ਤਾਂ ਉਹਦਾ ਹੀ ਹੈ। ਇਹ ਸੰਸਾਰ ਦੀ ਵੀ ਆਦਤ ਹੈ। ਮਸਲਾ ਕਿਸੇ ਦੇ ਘਰ ਦਾ ਹੋਏਗਾ ਨਾ ਤਾਂ ਗੁਆਂਢੀ ਜ਼ਿਆਦਾ ਸਵਾਦ ਲੈ ਜਾਂਦੇ ਨੇ। ਕਿਉਂ ਭਲਾ? ਅੰਦਰ ਕੁਛ ਹੈ ਹੀ ਨਹੀਂ। ਕਬੀਰ ਪਤਾ ਕੀ ਕਹਿੰਦੇ? ਕਬੀਰ ਕਹਿੰਦੇ ਨੇ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿਹੜਾ ਘੜਾ ਭਰਿਆ ਹੁੰਦਾ ਹੈ ਨਾ, ਉਹਨੂੰ ਤੁਸੀਂ ਹੱਥ ਮਾਰੋ, ਉਹ 'ਚ ਆਵਾਜ਼ ਟੁੰਨ ਦੀ ਨਹੀਂ ਆਵੇਗੀ, ਉਹ ਡੰਮ ਦੀ ਆਏਗੀ, ਮਾੜਾ ਜਿਹਾ ਖੜਕਾ। ਜਿਹੜਾ ਖਾਲੀ ਘੜਾ ਉਹ ਜ਼ਿਆਦਾ ਭੁੜਕਦਾ, ਉਹਦੇ ਪੱਲੇ ਕੱਖ ਨਹੀਂ ਹੁੰਦਾ। ਉਹਨਾਂ ਕੋਲ ਸਬਰ ਸੰਤੋਖ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਉਹਨਾਂ ਦਾ ਕਿਸੇ ਨਾਲ ਲੈਣਾ ਦੇਣਾ ਨਹੀਂ। ਕਬੀਰ ਕਹਿੰਦੇ ਗੁਰੂ ਕੀ ਕਰੇ, ਅੰਧੇ ਏਕ ਨਾ ਲਾਗੇ, ਜੋ ਬਾਂਸ ਵਜਾਈਏ ਫੂਕ। ਬਾਂਸ ਹੈ ਨਾ, ਉਹ 'ਚ ਫੂਕ ਮਾਰੋਗੇ, ਇੱਧਰੋਂ ਮਾਰੋਗੇ ਤੇ ਇੱਧਰੋਂ ਨਿਕਲ ਜਾਂਦੀ ਬਸ। ਕਹਿੰਦੇ ਸਿੱਖਾਂ ਦਾ ਵੀ ਇਹ ਹਾਲ ਹੈ। ਗੁਰੂ ਦੀ ਬਾਣੀ ਤਾਂ ਕਹਿੰਦੇ ਜੀ ਇੰਨੀ ਪਾਠ ਸੁਣਿਆ, ਮਨ 'ਤੇ ਅਸਰ ਕੋਈ ਨਹੀਂ। ਅਸਰ ਕਿੱਥੋਂ ਹੋਵੇਗਾ? ਤੂੰ ਗੁਰੂ ਦੀ ਸ਼ਰਧਾ 'ਤੇ ਰੱਖੀ ਨਹੀਂ, ਵਿਸ਼ਵਾਸ 'ਤੇ ਰੱਖਿਆ ਨਹੀਂ। ਗੁਰੂ 'ਤੇ ਭਰੋਸਾ ਹੈ ਕਿਤੇ ਸਾਡਾ? ਇਮਾਨਦਾਰੀ ਨਾਲ ਆਪਣੇ ਆਪ ਨੂੰ ਸੋਚ ਕੇ ਦੇਖੋ, ਅਸੀਂ ਗੁਰੂ ਨੂੰ ਅੱਗੇ ਰੱਖਿਆ ਕਿਤੇ? ਅਸੀਂ ਤਾਂ ਆਪਣੇ ਮਨ ਨੂੰ ਬੜੇ ਜਗ੍ਹਾ ਵੰਡਿਆ ਪਿਆ, ਤੇ ਗੁਰੂ ਕੀ ਕਰੇਗਾ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਗੁਰੂ ਰੱਬ ਵੀ ਆ ਗਿਆ ਨਾ ਸੰਸਾਰ 'ਤੇ ਆ ਕੇ। ਧੰਨ ਗੁਰੂ ਨਾਨਕ ਸਾਹਿਬ ਆਏ, ਲੋਕੀ ਲਾਹਾ ਨਹੀਂ ਲੈ ਕੇ ਜਾ ਸਕੇ। ਲਾਹਾ ਕੌਣ ਲੈ ਗਿਆ? ਅੱਜ ਬਾਬਾ ਬੁੱਢਾ ਜੀ ਦਾ ਜੋਤੀ ਜੋਤ ਦਿਹਾੜਾ ਹੈ। 125 ਸਾਲ ਉਮਰ ਸੀ ਬਾਬਾ ਬੁੱਢਾ ਜੀ ਦੀ, ਅਤੇ ਉਹਨੇ ਪਿਤਾ ਸੀ ਨਾ ਜਿਹੜੇ ਇਹਨਾਂ ਦੇ 22 ਪਿੰਡਾਂ ਦੇ ਮਾਲਕ ਸੀ। 22 ਪਿੰਡਾਂ ਦਾ ਮਾਲਕ ਸੀ ਇਹਨਾਂ ਦਾ ਪਿਤਾ। ਅਤੇ ਗੁਰੂ ਨਾਨਕ ਸਾਹਿਬ ਜੀ ਕੋਲ ਆਏ ਸੀ, ਅਤੇ ਮਹਾਰਾਜ ਨੇ ਕਿਹਾ ਸੀ, ਜਦੋਂ ਸਵਾਲ ਕੀਤਾ ਸੀ, ਮਹਾਰਾਜ ਮਨ ਨੂੰ ਸ਼ਾਂਤੀ ਕਿਵੇਂ ਮਿਲਦੀ ਹੈ, ਮਨ ਨੂੰ ਗਿਆਨ ਕਿਵੇਂ ਹੁੰਦਾ? ਮਹਾਰਾਜ ਪੁੱਛਿਆ ਵੀ ਤੇਰਾ ਨਾਂ ਕੀ? ਮਹਾਰਾਜ ਬੂੜਾ। ਹਰ ਕਹਿੰਦੇ ਨਾਂ ਤਾਂ ਬੂੜਾ ਏ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ ਏ। ਬੜੇ ਖੁਸ਼ ਹੋਏ। ਮੱਝ ਦਾ ਦੁੱਧ ਲਿਆ ਕੇ ਇਹਨੇ ਛਕਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ। ਬਸ ਇੱਕੋ ਬਚਨ ਕਰਨਾ 'ਚ ਪੈ ਗਿਆ। ਉਸ ਦਿਨ ਤੋਂ ਸ਼ਰਧਾਲੂ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਦਾ। 6ਵੇਂ ਮਹਾਰਾਜ ਜੀ ਤੱਕ ਰਿਹਾ, ਅਤੇ ਪਹਿਲਾ ਸਿੱਖ ਜਿਹਨੂੰ ਗੁਰੂ ਆਪ ਮੋਢਾ ਲਾ ਕੇ ਲੈ ਕੇ ਗਿਆ। ਜਦੋਂ ਬਾਬਾ ਬੁੱਢਾ ਜੀ ਦਾ ਸੰਸਕਾਰ ਕਰਨਾ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਮੋਢਾ ਲਾਇਆ। ਕਿੱਡੇ ਭਾਗਾਂ ਵਾਲਾ ਸਿੱਖ ਸੀ, ਬ੍ਰਹਮ ਗਿਆਨੀ, ਜਿਨ੍ਹਾਂ ਦੇ ਨਾਂ 'ਤੇ ਅੱਜ ਸੰਸਾਰ ਭਰ ਵਿੱਚ ਅਸਥਾਨ ਬਣਿਆ ਬੀੜ ਬਾਬੇ ਬੁੱਢੇ ਕੀ, ਜਿੱਥੇ ਖਾਲੀ ਝੋਲੀਆਂ ਭਰਦੀਆਂ ਨੇ ਜਾ ਕੇ। ਅਤੇ ਕਿਹਦੀਆਂ ਭਰਦੀਆਂ ਨੇ? ਸ਼ਰਧਾ ਤੋਂ ਹੀਲੇ ਨੂੰ ਕਿਤੇ ਕੁਛ ਨਹੀਂ ਜੀ ਮਿਲਦਾ। ਸ਼ਰਧਾ ਤੋਂ ਖਾਲੀ ਭਾਂਡੇ ਜਿਹੜੇ ਨੇ ਖੜਕਣ ਜੋਗੇ ਰਹਿ ਜਾਂਦੇ, ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ। ਕਬੀਰ ਕਹਿੰਦੇ ਨੇ ਬਾਂਸ ਵਾਲੀ ਹਾਲਤ ਹੈ, ਇੱਧਰੋਂ ਸੁਣਿਆ ਅਤੇ ਇੱਧਰੋਂ ਕੱਢ ਦਿੱਤਾ, ਉੱਥੇ ਹੀ ਖੜਾ ਮਨ। ਉਹ ਹੀ ਨਿੰਦਿਆ, ਚੁਗਲੀ, ਈਰਖਾ, ਵਕੀਲੀ, ਲੜਾਈ, ਝਗੜਾ। ਅੰਦਰ ਮਾੜਾ ਜਿਹਾ ਵੀ ਨਾਮ ਦਾ ਕਿਣਕਾ ਨਹੀਂ ਹੈ। ਜਿਹਦੇ ਅੰਦਰ ਨਾਮ ਦਾ ਕਿਣਕਾ ਹੈ ਨਾ ਸੰਗਤ ਜੀ, ਬੋਲਣਾ ਬੜਾ ਔਖਾ ਜੀ ਉਹਦੇ ਵਾਸਤੇ। ਵਾਦ ਵਿਵਾਦ ਕਾਹੂ ਸਿਉ ਕੀਜੇ, ਰਸਨਾ ਰਾਮ ਰਸਾਇਣ ਪੀਜੇ। ਭਗਤ ਨਾਮਦੇਵ ਜੀ ਦਾ ਅੱਜ ਸ਼ਬਦ ਪੜ੍ਹਿਆ ਸੀ ਨਾ ਕੀਰਤਨ 'ਚ, ਕਹਿੰਦੇ ਜਿਨ੍ਹਾਂ ਨੇ ਨਾਮ ਦੇ ਵਿੱਚ ਰਸਨਾ ਰਾਮ ਰਸਾਇਣ ਪੀਜੇ, ਰਸਾਇਣ ਨਾਮ ਦੀ ਦਵਾਈ ਪੀਤੀ ਨਾ ਜਿਨ੍ਹਾਂ ਦੇ, ਉਹਨਾਂ ਦੀ ਜ਼ੁਬਾਨ 'ਚੋਂ ਆਵਾਜ਼ ਨਹੀਂ ਨਿਕਲਦੀ। ਗੁਰੂ ਕੀ ਕਰੇਗਾ? ਤੂੰ ਅੱਜ 4-4 ਘੰਟੇ ਕੀਰਤਨ ਸੁਣ ਲਾ, ਭਾਵੇਂ ਜੇ ਤੇਰੇ ਅੰਦਰ ਗੁਰੂ 'ਤੇ ਵਿਸ਼ਵਾਸ ਪੂਰਨ ਸ਼ਰਧਾ ਨਹੀਂ ਹੈ, ਤੇਰਾ ਸੁਣਿਆ ਕਿਸੇ ਵੇਸੇ ਲੇਖੇ ਨਹੀਂ ਪੈਣਾ। ਗੁਰੂ ਦਾ ਪਾਠ ਜਿੰਨਾ ਮਰਜ਼ੀ ਗੁਟਕਾ ਪੜ੍ਹ ਪੜ੍ਹ, ਗੱਡੇ ਲੱਤੀਏ ਪੜ੍ਹ ਪੜ੍ਹ ਪੜ੍ਹੀਏ, ਸਾਥ ਵਾਲੀ ਖੇਡ ਜਿੰਨੀ ਮਰਜ਼ੀ ਕਰ ਲਾ ਤੂੰ। ਇੱਕ ਦਿਨ ਨਹੀਂ ਪੜ੍ਹੀਏ ਜੇ ਬਰਸ ਬਰਸ ਪੜ੍ਹੀਏ ਜੇ ਮਾਸ, ਜਿੰਨੇ ਸਾਲ ਹੋ ਜਾਂਦੇ ਨੇ ਸਾਰੀ ਸਾਰੀ ਜ਼ਿੰਦਗੀ, ਪਰ ਮਨ ਤਾਂ ਉੱਥੇ ਹੀ ਖੜਾ ਹੈ। ਦਵਾਈ ਨਾਲੋਂ ਪਰਹੇਜ਼ ਵੱਡਾ ਹੈ ਸੰਗਤ ਜੀ। ਦਵਾਈ ਤਾਂ ਥੋੜ੍ਹੀ ਹੋਈ ਹੈ, ਪਰਹੇਜ਼ ਵੱਡਾ ਹੈ। ਜੇ ਪਰਹੇਜ਼ ਨਹੀਂ ਕੀਤਾ ਤਾਂ ਡਾਕਟਰ ਕੀ ਕਰੇਗਾ? ਮੇਰਾ ਵੈਦ ਗੁਰੂ ਗੋਬਿੰਦਾ। ਕਬੀਰ ਹੈ ਗੈ ਬਾਹਣ ਸਗਣ ਘਨ, ਹੈ ਮਨੇ ਹੈਵਰ ਹਾਥੀ, ਹੈ ਮਨੇ ਘੋੜੇ। ਗੈਵਰ ਹਾਥੀ ਕਹਿੰਦੇ ਹੈ ਗੈ ਬਾਹਣ ਸਗਣ ਘਨ, ਕਿਸੇ ਕੋਲ ਬੜੇ ਘੋੜੇ ਹੋਣ, ਹਾਥੀ ਹੋਣ,
जिस समय कबीर जी ने उच्चारण किया ना संगत जी, उस समय इहो चीज़ां बड़ियां। अजकल तो कारां मोटरसाइकिल वड्डी वड्डियां कारां महंगियां महंगियां 2-2 करोड़ की कार है, 50-50 लाख की कार है, ते बाद से चले जाओ 10-10 करोड़ की कार भी है। हुण उदों हाथी घोड़े से अजकल कारां ने ले ली हो गल। जे आपां अज दे हिसाब नाल अर्थ करिए, किसी को बड़ियां वड्डियां कोठियां कारां होण, है कि वाहन सगन घन छत्रपति की नार। छत्रपति कहते ने छत्र सिर ते चोर झोलदा होवे ते राजा होवे, उहदी सोहनी स्त्री होवे। कहते तास पटंतर ना पुजे हर जन की पनहार। कहते वो फिर भी ना रब दे प्यारिਆਂ की बराबरी नहीं कर सकती। ਜਿਹੜੇ रब दे प्यारे ने ना हर जन की पनहार पानी हार, ਜਿਹੜੀ कोई परमेश्वर का भगत है ना, ਉਹਦਾ ਜਿਹੜਾ सेवक है, महाराज का सेवक नहीं क्या। मान लो तुसी गुरु ग्रंथ साहब के पूर्ण सिख हो, इत्थे ਤੁਹਾਡਾ जिक्र नहीं किया, ਜਿਹੜਾ ਤੁਹਾਡੀ भी सेवा करने वाला है। हर जन की पनहार पानी हार, ਜਿਹੜਾ रब के प्यारिਆਂ की सेवा करने वाला है ना, महाराज कबीर कहते ने भावें करोड़ापति होवे, राजा होवे ते उहदी सोहनी स्त्री होवे, पर तास पटंतर ना पुजे, वो रब के प्यारिਆਂ की सेवक जिहड़ी आ उहदी बराबरी भी नहीं कर सकती। देखो कितनी वडियाई है परमेश्वर के नाम की। जिन्ना मर्जी वड्डा राजा होवे, घोड़े हाथी होण, अजकल के समय ने कह दिए कारां ने, बड़े बड़े साधन ने, जहाज़ां 'च फिरदा होवे, हैलीकाप्टरां 'च फिरदा होवे, पर रब का प्यारा जिहड़ा है ना, उहदे सेवक के बराबर भी नहीं है। कहणगे क्यों? कबीर कहते कबीर नृप नारी क्यों निंदी है, हर चेरी को मान। हुण सवाल आएगा, हुण ये जिहड़ा श्लोक है इसका जवाब अगले श्लोक च दिता है। कहते भी किसी के मन च आऊगा भी नृप नृप मैंने राजा, कहते राजे की जनानी नूं क्यों निंदिया भी ओहदी राजे की औरत है जिहड़ी छत्रपति की नार जिहड़ी है, वो रब दे प्यारिਆਂ दे सेवकां दी बराबरी भी नहीं कर सकती। क्यों? हुण सवाल किया ना तुसीं कबीर जी, एडी वड्डी गल कह दी। कहते कबीर कहते भी नृप नारी क्यों निंदिए, क्यों हर चेरी को मान। कहते तुहाडा सवाल है ना, मन च शंका आई होगी भी किसी अमीर की जनानी नूं भंड दिता ते गरीब जिहड़ा सेवक है उहदी जनानी नूं कहता भी वो सेवक जिहड़ी पानी हार भाव पानी पिआंदी है, टहल भावना करदी, उहदे नालों चंगी है। क्यों चंगी है? कहते ओ मांग सवारे बिखे को। कहते राजे की राणी है जिहड़ी वो अपनी मांग च संधूर पाती है, पड़े सीधे कर, पुठे कर, अगे कर, गुत्त पिछे कर, टेढ़ी कर, काहदे वास्ते? कहते वकारी भोग भोगन वास्ते, राजे नूं खुश करने वास्ते। पर कहते जेड़े रब दे प्यारी है ना, सत संगत जीव स्त्री है, वो सिमरे हर नाम। ਉਹਦਾ सारा शरीर समा इस शरीर ਨੂੰ ਮੰਜਣ वास्ते नहीं लगा, वो समा लाती है परमेश्वर के वाले पासे, परमेश्वर का नाम जपती है। वो चम की सफाई में नहीं, इतने जोर लगा होंगे चम की, जो शक्ल है नहीं ना वो बनाने की कोशिश की जाती है। तां ही तिने एडे एडे मेकअप किना काहदे वास्ते। कबीर कहते ने नृप नारी क्यों निंदिए, क्यों हर चेरी को मान। जीव स्त्री जेड़े धनवान है उन्होंने क्यों निंदिया जाता है, क्यों रब के प्यारिਆਂ ਨੂੰ माण मिलता है। धनवान की सुरत हमेशा वकारां वाल होएगी, पदार्थां विच होएगी, पर रब के प्यारे जिहड़े ने वो परमेश्वर का नाम जपते ने, वो परमेश्वर की बंदगी करते हैं ते अपना जीवन सफल बना लेते हैं। तो जीवन की सफलता बिना परमेश्वर की भगती तो होती नहीं संगत जी। मकसद बेनती करता हूँ तो परमेश्वर की दरगाह विच दुनियावी प्राप्ति का एक भी जिक्र नहीं होना। उत्थे ये नहीं पूछा जाना सानू तू किन्नी जमीन जायदाद, तू किन्ना पढ़िया, उत्थे BA की ग्रैजुएशन की है, तो ये पूछा जाना अखर किन्ने पढ़े सी, बाणी किन्नी पढ़ी तू सिमरन किन्ना कितना सत संगत विच समा बतीत किया,
तो दुनियावी काम किन्ने कीते ते रब दे पासे वाले काम किन्ने कीते, उत्थे ते आ पुछया जाना है। उत्थे ये लेखा जोखा होने ने सेवा किन्नी कीती ते निंदया किन्नी कीती ते चुगली किन्नी कीती ते कलेश किन्ने कीते ते किसे दी बुराइयां किन्नियां कीतियां। मैं कल भी बेनती कीती सी, प्रकृति दा नियम जे अजमा के देख लियो, जो दवांगे ना मिलना वही है। मालिक ने जो जिहा बीजै सो रोने, खुशियां वंडदे हो तुहाडे घरां 'च खुशियां आ जाणगियां। जिहड़ा बुराई वंडदा है ना, ये लैना पैना, जो बीजिया ना वड्ढना पैना। जे चंगा कीता है तो तेनों टेंशन नहीं है, तेरा चंगा करने वाले बड़े रब ने खड़े कर देने ने। जे माड़ा कीता है ਇਹਦੀ भी चिंता नहीं, अज माड़ा किया है अगे किसी वास्ते टोया पुट्टिया तेरा पल्ला पुट्टिया होना है। जे चंगा कर रहे हो अमृत वेले नाम जपिया है, दरगाह जान की चिंता नहीं। कबीर जिस मरने ते जग डरे मेरे मन आनंद, कहते लोग डरते ने मरन तो मैनूं खुशी है, क्यों सारी जिंदगी नाम जपिया, पता है गुरु के चरणों च नवासा मिल जाना जाके। डर किनूं होएगा, जिन्हों पता ना, बस सानू सारे पता है ना, लोगों हाले दुआले वाले साढ़े बारे ना पता हो, पर सानू तो अपने आप का पता है ना, मैं किन्ने क पानी में खड़ा, मैं किन्नी क बंदगी करना, मैं किन्ना क नाम जपना, मैं किन्निया क दा भला किया, मैं अपने जीवन में किन्निया का सवारिया तो किन्निया का बिगाड़िया। जे सवारिया है तो शंका नहीं, तेरा सवारन वास्ते पहले ही रब ने मत पूरी बना दी है। जे कि बिगाड़िया है तो जो बीजे वो वड्ढना पैना है। लोड़े दाख बजूरियां किकर बीजे जट हंडे उन कताइंदा पहंदा लवे पट। जो बीजे है लोड़ बीजे कंडे ने तो लभदा तो अंबियां ने, इवें तो नहीं मिलनियां। कबीर कहते इस करके भाई रब दे प्यारे नाम सिमरदे ने, नाम की प्रधानता करके नाम दियाँ सारियां वडियाइयां, जिस नाम हृदय सोई बड़ राजा। नाम की शोभा है, रब के घर से उत्ते तो सच्चो सच निबड़े होना है, उत्ते सिफारिश नहीं चलनी। सतगुरु सानू रोज़ सुचेत करते हैं, भाई ये जीवन काहदे वास्ते मिले, आए काहदे वास्ते हाँ तो करते की पे हाँ, ये फैसला तू आप करना है भाई। भी नाल लाहा लैके जाना है कि गवा के जाना है। जिहड़े गुरमुख होंदे ने ना वो लाहा लैके जाते हैं, हर सवास ना मालिक का शुकराना करते हैं, उसकी बंदगी करते हैं। सतगुरु कृपा कर, रहमत कर, बाणी के विचार सब दी हृदय वस जाए, सब दी हाजरी प्रवान हो जाए। लोग सुखी पर लोग सुहेले, नानक हर प्रभ अर्थ मिले। वाहिगुरू जी का खालसा, वाहिगुरू जी की फतेह। ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਨੂੰ ਬੇਨਤੀ ਹੈ, ਕੱਲ੍ਹ ਕੜਾਹ ਪ੍ਰਸ਼ਾਦ ਦੀ ਦੇਗ ਦੀ ਵਾਰੀ SI ਜਸਵੰਤ ਸਿੰਘ ਰੁਪਿਆਲ